सत श्री अकाल जी। चढ़दी कला टाइम टीवी वेख रहे सारे दर्शकों का स्वागत है। तुसीं देख रहे हो प्रोग्राम सीधी गल प्रोफैसर मनजीत सिंह दे नाल। मैं हाँ तुहाडे नाल मनदीप कौर खालसा। प्रोफैसर साहब साडे नाल जुड़ चुके हैं। सब तो पहला उन्हां दा प्रोग्राम विच स्वागत कर लैंदे हां। बहुत बहुत शुक्रिया मनदीप जी। जी प्रोफैसर साहब, सब तो पहला जे असी चढ़दी कला टाइम टीवी वालों जो फिल्मकार बासु चैटर्जी 93 साल की उम्र में कल उन्हों का देहांत हो गया। 70 के दहाके में उन्होंने फिल्म छोटी सी बात जी है वो बहुत ज़्यादा कॉमेडी फिल्म वाली सुपरहिट कॉमेडी साबित हुई सी। उस तो इलावा उन्होंने होर भी बहुत सारिया फिल्मां दित्तियां। फिल्म इंडस्ट्री के उन्हों का काफ़ी नाम सी। कल 93 साल की उम्र में मुंबई विखे अपने घर में ही उन्हों का देहांत होया जी। अदारा चढ़दी कला वालों असी उन्होंने देहांत के दुख का प्रगटावा करते हैं। प्रोफैसर साहब जे असीं हुण शुरुआत करिए साडे जो मसलियां दी जिन्हां ते तुसीं सीधी गल करनी है तो सब तो पहला जे असीं किसानां दी गल कर लीए तां किसानां ने जो एक देश एक मंडी के खिलाफ रोह विच आए हुए ने किसान किरती किसान यूनीयन वालों 9 ਜ਼ਿਲ੍ਹਿਆਂ ਦੇ ਵਿੱਚ जगह जगह ते प्रदर्शन किए गए ने जी। तुसीं की कहोगे किसानां दे अंदर इन्ना रोह क्यों पैदा हो रहा जी इस मुद्दे ते लैके जो कि सेंटर सरकार ने 3 आर्डीनेंस जारी किए ने? ਇਹ ਨਾ ਜਿਹੜੇ 3 ਆਰਡੀਨੈਂਸ ਆਏ ਆ ਖੇਤੀ ਪ੍ਰਤੀ ਇਹ ਤੇ ਭੂੰਡਾਂ ਦੀ ਖੱਖੜ ਛੇੜ ਲਈ ਆ। ਪਹਿਲਾਂ ਹੀ ਸਾਡੇ ਕੋਲ ਜਿਹੜੀ ਸ਼ਹਿਰੀ ਅਰਥ ਵਿਵਸਥਾ ਜਿਹਦੇ ਵਿੱਚ ਕਾਰੋਬਾਰੀ ਜ਼ਿਆਦਾ ਹੈਗੇ ਆ ਉਹ ਤੇ ਸੂਤਰ ਆ ਨਹੀਂ ਰਹੀ। ਜਿਹੜੇ ਪ੍ਰਵਾਸੀ ਮਜ਼ਦੂਰ ਹੈ ਮਨਦੀਪ ਉਹ ਸਾਰੇ ਆਪੋ ਆਪਣੇ ਸੂਬਿਆਂ ਨੂੰ ਡਰਦੇ ਮਾਰੇ ਭੱਜ ਗਏ, ਕੁਝ ਭੁੱਖੇ ਮਰਦੇ, ਕੁਝ ਡਰਦੇ ਮਾਰੇ ਚਲੇ ਗਏ। ਹੁਣ ਜੇ ਕੋਈ ਸਾਡੀ ਸੋਲਿਡ ਇਸ ਵੇਲੇ ਬੈਕਬੋਨ ਸੀਗੀ ਤਾਂ ਇਕੋਨਮੀ ਦੀ ਤਾਂ ਉਹ ਖੇਤੀ ਵਾਲੇ ਹੀ ਸੀਗੇ। ਤੁਸੀਂ ਦੇਖਿਆ ਕਿ ਹੁਣ ਵੀ 125 ਲੱਖ ਮੈਟ੍ਰਿਕ ਟਨ ਤੋਂ ਜ਼ਿਆਦਾ ਕਣਕ ਅਸੀਂ ਇਕੱਠੀ ਕੀਤੀ ਪੰਜਾਬ ਦੀਆਂ ਮੰਡੀਆਂ ਵਿੱਚ ਖਰੀਦੀ ਗਈ ਹੈ। ਇਹਦਾ ਮਤਲਬ ਹੈ ਕਿ ਕਰੋਨਾ ਵਰੋਂ ਹੋਏ ਜਾਂ ਕੁਛ ਵੀ ਹੋਏ ਕਿਸਾਨ ਤੇ ਪਿੰਡੂ ਮਜ਼ਦੂਰ ਰਲ ਕੇ ਘਬਰਾਏ ਨਹੀਂ। ਉਹਨਾਂ ਨੇ ਦੇਸ਼ ਦਾ ਅਨਾਜ ਦਾ ਭੰਡਾਰ ਪੂਰਾ ਭਰਿਆ। ਪਰ ਇਹੋ ਜਿਹੀਆਂ ਜਿਹੜੇ ਹੁਣ ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਇਹੋ ਜਿਹੇ ਕਾਨੂੰਨ ਲਿਆ ਕੇ ਬਿਲਕੁਲ ਕਿਸਾਨਾਂ ਨੂੰ ਵਿਗਿਆੜ ਰੂਪੀ ਜਿਹੜੀ ਮੰਡੀ ਹੈ ਇਕੱਲੀ ਦੇਸ਼ ਦੀ ਇੱਕ ਮੰਡੀ ਨਹੀਂ ਗਲੋਬਲ ਮੰਡੀ ਉਹਦੇ ਵਿੱਚ ਉਹ ਵੀ ਇੱਕ ਰੈਜ਼ੋਲੂਸ਼ਨ ਉਹਨਾਂ ਨੇ ਪਾ ਦਿੱਤਾ ਹੈ ਜਾਣੀ ਆਰਡੀਨੈਂਸ ਦੇ ਵਿੱਚ ਹਿੱਸਾ ਹੈਗਾ ਕਿ ਗਲੋਬਲ ਮੰਡੀ ਦਾ ਸਾਹਮਣਾ ਕਰਨਾ ਪਊਗਾ। ਇਹ ਕਦੀ ਪੋਸੀਬਲ ਹੈਗਾ? ਕਦੀ ਵੀ ਪੋਸੀਬਲ ਨਹੀਂ। ਦੇਸ਼ ਦੇ ਕਿਸੇ ਵੀ ਦੁਨੀਆ ਦੇ ਕੋਨੇ ਵਿੱਚ ਵੀ ਕਿਸੇ ਵੀ ਇਹੋ ਜਿਹਾ ਪੋਸੀਬਲ ਨਹੀਂ ਹੈਗਾ। ਇਸ ਕਰਕੇ ਜਿਹੜਾ ਉਹਨਾਂ ਦਾ ਗੁੱਸਾ ਇੱਕ ਉਹ ਬਿਲਕੁਲ ਮੈਨੂੰ ਲੱਗਦਾ ਜਾਇਜ਼ ਆ। ਅਜੇ ਸ਼ੁਰੂਆਤ ਆ। ਅਜੇ ਕਈਆਂ ਨੇ ਪਹਿਲਾਂ ਹੀ ਪ੍ਰੋਗਰਾਮ ਕਿਸਾਨ ਯੂਨੀਅਨ ਨੇ ਰੱਖੇ ਸੀ ਤੇ ਉਹਨਾਂ ਨੇ ਮੋੜਾ ਕੱਟ ਕੇ ਇੱਕਦਮ ਇਸ ਗੱਲ ਨੂੰ ਵੀ ਅੱਗੇ ਲੈਣ ਦਾ ਜਿਵੇਂ ਕਿਰਤੀ ਕਿਸਾਨ ਯੂਨੀਅਨ ਨੇ 8 ਤਰੀਕ ਨੂੰ ਫਿਰ ਉਹਨਾਂ ਨੇ ਜ਼ਿਲ੍ਹੇ ਲੈਵਲ ਦੇ ਹੋਰ ਪ੍ਰਦਰਸ਼ਨ ਕਰਨਗੇ। ਪਰ ਨਾਲ ਹੀ ਦੂਜੀਆਂ ਯੂਨੀਅਨਾਂ ਪੂਰਾ ਐਨ ਡੰਡ ਬੈਠਕਾਂ ਪੇਲ ਰਹੀਆਂ ਆ। ਕੱਲ੍ਹ ਮੇਰੀ ਇੱਕ ਸਿੱਧੀ ਕਿਸੇ ਹੋਰ ਚੈਨਲ ਦੇ ਉੱਤੇ ਗੱਲ ਹੋ ਰਹੀ ਸੀ BKU ਏਕਤਾ ਡਕਾਉਂਦਾ ਉਹਨਾਂ ਦੇ ਜਨਰਲ ਸੈਕਟਰੀ ਦੇ ਨਾਲ, ਦੂਸਰੀ ਅਗਰਾਹਾਂ ਵਾਲੇ ਹੋਰ ਸਾਰੇ ਜਿੰਨੇ ਵੀ ਕਿਸਾਨ ਯੂਨੀਅਨ ਆ ਉਹ ਸਾਰੀਆਂ ਇਸ ਵੇਲੇ ਵੱਡਾ ਤੂਫਾਨ ਪੰਜਾਬ 'ਚ ਲਿਆਉਣ ਵਾਲੀਆਂ ਹੈਗੀਆਂ। ਚਾਹੀਦਾ ਇਹ ਹੈ ਕਿ ਸਾਡੀ ਪੰਜਾਬ ਦੀ ਗੌਰਮੈਂਟ ਇੱਕਦਮ ਉਹਨਾਂ ਨੂੰ ਕੋਈ ਨਾ ਕੋਈ ਅਸੈਂਬਲੀ ਦਾ ਸੈਸ਼ਨ ਸੱਦ ਕੇ ਇਸ ਗੱਲ ਤੇ ਡਿਬੇਟ ਕਰਨੀ ਚਾਹੀਦੀ ਆ। ਖੇਤੀ ਕੋਈ ਸੈਂਟਰ ਦਾ ਸਬਜੈਕਟ ਨਹੀਂ ਹੈ। ਖੇਤੀ ਪੰਜਾਬ ਦਾ ਸਬਜੈਕਟ ਹੈ, ਸਟੇਟ ਸਬਜੈਕਟ ਹੈ। ਦਿੱਲੀ ਵਾਲੇ ਜਾਂ ਯੂਨੀਅਨ ਗੌਰਮੈਂਟ ਕੌਣ ਹੁੰਦੀ ਹੈ ਜਿਹੜੇ ਸੂਬਿਆਂ ਦੇ ਹੱਕ ਹਕੂਕਾਂ ਨੂੰ ਉੱਤੇ ਉਹਨਾਂ ਦੇ ਕਬਜ਼ਾ ਕਰਨ ਵਾਲੀ ਜਾਂ ਉਹਨਾਂ ਤੋਂ ਛੀਨ ਲੈਣ ਵਾਲੀ? ਇਸ ਕਰਕੇ ਮਨਦੀਪ ਇਹ ਚੰਗੀਆਂ ਰਵਾਇਤਾਂ ਨਹੀਂ ਪੈ ਰਹੀਆਂ ਜਦੋਂ ਹਰ ਇੱਕ ਗੱਲ 'ਚ ਇੱਕ ਨਿਸ਼ਾਨ, ਇੱਕ ਸੰਵਿਧਾਨ, ਇੱਕ ਜ਼ਬਾਨ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ। ਇੱਕ ਮੰਡੀ ਇੱਕ ਕਿਵੇਂ ਹੋ ਸਕਦਾ? ਅਸੀਂ ਸਾਰੇ ਅਲੱਗ-ਅਲੱਗ ਭਾਸ਼ਾਈ ਇਹ ਲੋਕ ਹੈਗੇ ਆ, ਅਲੱਗ-ਅਲੱਗ ਕਿਸਮ ਸਾਡਾ ਪੱਧਰ ਹੈਗਾ ਆ ਸੋਚਣ ਦਾ, ਸਾਡਾ ਇਤਿਹਾਸ ਅਲੱਗ ਗਿਆ, ਸਾਡੀ ਭਾਸ਼ਾ ਅਲੱਗ ਆ, ਸਾਡਾ ਕੰਮ ਕਰਨ ਦਾ ਨਜ਼ਰੀਆ ਅਲੱਗ ਆ, ਸਾਡੀਆਂ ਮੁਸੀਬਤਾਂ ਵੀ ਅਲੱਗ-ਅਲੱਗ ਹੈਗੀਆਂ ਤੇ ਅਸੀਂ ਇੱਕੋ ਇੱਕ ਦਾ ਰੌਲਾ ਪਾ ਕੇ ਕਿਵੇਂ ਕਰ ਸਕਦੇ ਹਾਂ? ਔਰ ਇਹ ਸਭ ਤੋਂ ਵੱਧ ਨੁਕਸਾਨ ਮੈਂ ਦੱਸਾਂ ਇਹ ਪੰਜਾਬ ਤੇ ਹਰਿਆਣੇ ਨੂੰ ਹੋਣਾ। ਕਾਰਨ ਕਿਉਂਕਿ ਇਹਨਾਂ ਦੀ ਹੀ ਖੇਤੀ ਸਭ ਤੋਂ ਜ਼ਿਆਦਾ ਐਡਵਾਂਸ ਆ ਕਿ ਇਹਨਾਂ ਦੀ ਹੀ ਖੇਤੀ ਸਭ ਤੋਂ ਜ਼ਿਆਦਾ ਮਾਰਕੀਟ 'ਚ ਜਾਂਦੀ ਆ। ਬਾਕੀ ਸੂਬਿਆਂ ਦੀ ਇੰਨੀ ਖੇਤੀ ਮਾਰਕੀਟ 'ਚ ਨਹੀਂ ਜਾਂਦੀ। ਥੋੜ੍ਹੀ ਬਹੁਤ ਹੁਣ ਮੱਧ ਪ੍ਰਦੇਸ਼ ਤੇ ਵੈਸਟਰਨ ਯੂਪੀ ਦੀ ਜਾਣ ਲੱਗੀ ਆ। ਪਰ ਜਿੱਥੇ ਜਿੱਥੇ ਵੀ ਗ੍ਰੀਨ ਰੈਵੋਲੂਸ਼ਨ ਜ਼ਿਆਦਾ ਭਾਰੀ ਹੈ, ਜਿੱਥੇ ਖੇਤੀ ਜ਼ਿਆਦਾ ਕਮਰਸ਼ੀਅਲ ਹੋ ਚੁੱਕੀ ਹੈ, ਮੰਡੀਆਂ 'ਚ ਜ਼ਿਆਦਾ ਅਨਾਜ ਜਾਂਦਾ, ਉੱਥੇ ਹੀ ਸਭ ਤੋਂ ਵੱਡਾ ਇਹ ਧੱਕਾ ਲੱਗਣ ਵਾਲਾ। ਮੈਨੂੰ ਲੱਗਦਾ ਕਿ ਇਹ ਰੋਹ
ਜਿਹੜਾ ਅਜੇ ਹੌਲੀ ਹੌਲੀ ਸ਼ੁਰੂ ਹੋਇਆ, ਇਹ ਆਉਣ ਵਾਲੇ 1 ਹਫ਼ਤੇ ਦੇ ਅੰਦਰ ਅੰਦਰ ਦੇਖਿਓ ਇਹ ਵੱਡਾ ਲਾਂਬੂ ਬਣਨ ਵਾਲਾ। ਮੈਨੂੰ ਲੱਗਦਾ ਕਿ ਪੰਜਾਬ ਗੌਰਮੈਂਟ ਨੂੰ ਤੁਰੰਤ ਇਹਦਾ ਨੋਟਿਸ ਲੈ ਕੇ ਅਸੈਂਬਲੀ ਦਾ ਸੈਸ਼ਨ ਸੱਦ ਕੇ ਡਿਬੇਟ ਕਰਨੀ ਚਾਹੀਦੀ ਹੈ ਔਰ ਸਰਵ ਪਾਰਟੀ ਰੈਜ਼ੋਲੂਸ਼ਨ ਪੰਜਾਬ ਦੀ ਅਸੈਂਬਲੀ ਚੋਂ ਇਹਦੇ ਅਗੇਂਸਟ ਦਿੱਲੀ ਦੀ ਗੌਰਮੈਂਟ ਨੂੰ ਦੇ ਦੇਣਾ ਚਾਹੀਦਾ, ਜਿਵੇਂ ਅਸੀਂ ਪਹਿਲਾਂ ਪਾਣੀਆਂ ਦੇ ਉੱਤੇ ਸਰਵ ਪਾਰਟੀ ਇਕੱਠੇ ਹੋ ਕੇ ਉਸ ਗੱਲ ਦਾ ਮੁਕਾਬਲਾ ਕੀਤਾ ਸੀ। ਮੰਦੀ ਜੀ ਪ੍ਰੋਫੈਸਰ ਸਾਹਿਬ, ਹੁਣ ਜੇ ਅਸੀਂ ਅਗਲੀ ਖਬਰ ਵੱਲ ਵਧੀਏ ਤਾਂ ਜੋ ਗ੍ਰਹਿ ਮੰਤਰਾਲੇ ਵੱਲੋਂ 2550 ਵਿਦੇਸ਼ੀ ਨਾਗਰਿਕਾਂ ਨੂੰ ਬਲੈਕ ਲਿਸਟ ਕਰ ਦਿੱਤਾ ਗਿਆ ਜੀ। 10 ਸਾਲ ਤੱਕ ਉਹ ਭਾਰਤ ਵਿੱਚ ਦਾਖਲ ਨਹੀਂ ਹੋ ਸਕਣਗੇ, ਜਿਨ੍ਹਾਂ ਨੇ ਕਿ ਤਬਲੀਗੀ ਜਮਾਤ ਦੇ ਜੋ ਮਰਕਜ਼ ਵਿਖੇ, ਜਿਹਦੇ ਕਰਕੇ ਕਾਫੀ ਰੌਲਾ ਪਿਆ ਸੀ, ਉੱਥੇ ਹਿੱਸਾ ਲਿਆ ਸੀ ਪ੍ਰੋਗਰਾਮ ਦੇ ਵਿੱਚ। ਕਰੋਨਾ ਵਾਇਰਸ ਸੰਕਟ ਦੇ ਦੌਰਾਨ ਬਾਅਦ ਵਿੱਚ ਉਹਨਾਂ ਵਿੱਚੋਂ ਕਈ ਲੋਕ ਜਿਹੜੇ ਨੇ ਕਰੋਨਾ ਵਾਇਰਸ ਸੰਕਰਮਿਤ ਪਾਏ ਗਏ ਸੀ। ਹੁਣ ਬਲੈਕ ਲਿਸਟ ਕਰ ਦਿੱਤਾ ਗਿਆ ਹੈ ਜੀ ਗ੍ਰਹਿ ਮੰਤਰਾਲੇ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ। ਹਾਂ, ਮੈਨੂੰ ਇਹ ਲੱਗਦਾ, ਦੇਖੋ ਥੋੜਾ ਜਿਹਾ ਸਾਡਾ ਇੱਕ ਇੱਧਰ ਨੂੰ ਐਟੀਟਿਊਡ ਤੇ ਲਗਾਤਾਰ ਬਣ ਹੀ ਰਿਹਾ ਨਾ ਹਿੰਦੂ ਰਾਸ਼ਟਰ ਵੱਲ। ਇਹ ਕੋਈ ਚੰਗੀਆਂ ਗੱਲਾਂ ਨਹੀਂ। ਸਾਡਾ ਇੱਕ ਸੈਕੂਲਰ ਕੰਟਰੀ ਹੈਗਾ। ਤੁਸੀਂ ਧਰਮ ਦੇ ਨਾਂ ਤੇ ਕੁਝ ਵੀ ਜਿਹੜਾ ਇਸ ਕਿਸਮ ਦਾ ਕਿਸੇ ਨੂੰ ਬੈਨ ਕਰਨਾ, ਉਹ ਕੋਈ ਬਹੁਤਾ ਚੰਗਾ ਮੈਸੇਜ ਨਹੀਂ ਜਾਂਦਾ। ਤੁਹਾਨੂੰ ਪਤਾ ਕਿ ਅਸੀਂ ਜਦੋਂ ਤਬਲੀਗੋਮੀਟਰ ਜ਼ਿਆਦਾ ਕਰੋਨਾ ਵਾਇਰਸ ਲਗਾਤਾਰ ਲਾਉਣ ਲੱਗੇ ਸੀਗੇ ਤੇ ਗਲਫ ਵਾਲੇ ਕੰਟਰੀਆਂ ਨੇ ਫਿਰ ਧਮਕੀ ਦਿੱਤੀ ਸੀ ਵੀ ਤੇਲ ਤੇ ਸਾਡਾ ਹੀ ਵਰਤਦੇ ਆ, ਤੇਲ ਬੰਦ ਕਰ ਦਿਆਂਗੇ ਤੁਹਾਡਾ। ਤਾਂ ਉਸ ਗੱਲ ਤੇ ਚਲੋ ਮਤਲਬ ਸ਼ਬਦ ਇਹ ਨਹੀਂ ਸੀਗੇ, ਪਰ ਉਹਦਾ ਮਤਲਬ ਇਹੀ ਹੁੰਦਾ ਡਿਪਲੋਮੈਟਿਕ ਲੈਵਲ ਦੇ ਉੱਤੇ। ਤਾਂ ਉਦੋਂ ਅਸੀਂ ਇੱਕਦਮ ਉਹ ਜਿਹੜਾ ਤਬਲੀਗੋਮੀਟਰ ਨੂੰ ਡ੍ਰੌਪ ਕਰਤਾ ਮੀਡੀਆ ਦੇ ਵਿੱਚੋਂ। ਹੁਣ ਵੀ ਮੈਨੂੰ ਸ਼ੱਕ ਇਹ ਹੈਗਾ ਕਿ ਅਸੀਂ ਇਜ਼ਰਾਈਲ ਦੇ ਨੇੜੇ ਜਾ ਕੇ, ਅਮਰੀਕਾ ਦੇ ਨੇੜੇ ਜਾ ਕੇ, ਆਸਟ੍ਰੇਲੀਆ ਦੇ ਨੇੜੇ, ਸਾਊਥ ਕੋਰੀਆ ਜਾ ਕੇ, ਸਾਰਾ ਜਿਹੜਾ ਨਵੇਂ ਅਸੀਂ ਇੱਕ ਜਾਲ ਜੰਜਾਲ ਜਿਹਾ ਆਪਣਾ ਵਿਛਾਉਣਾ ਚਾਹੁੰਦੇ ਹਾਂ ਗਲੋਬਲ ਸੱਤਾ ਦਾ, ਉਹਦੇ ਵਿੱਚ ਕੋਈ ਇਹ ਨਾ ਹੋ ਜੇ ਕਿ ਅਸੀਂ ਉਸ ਨੂੰ ਆਪਣੇ ਆਪ ਨੂੰ ਸਸ਼ਕਤ ਕਰਨ ਦੀ ਜਗ੍ਹਾ ਕਿ ਕੋਈ ਨਵੀਆਂ ਮੁਸੀਬਤਾਂ ਛੇੜ ਬੈਠੀਏ। ਮੇਰਾ ਖਿਆਲ ਹੈ ਕਿ ਜੇ ਦੇਖੋ ਕੋਈ ਓਵਰਸਟੇਕ ਕੀਤਾ ਆ, ਭਾਵੇਂ ਉਹ ਤਬਲੀਗੀ ਹੋਵੇ ਕੋਈ ਵੀ ਹੋਵੇ, ਉਸ ਨੂੰ ਸਾਰੇ ਨੂੰ ਇੱਕੋ ਜਿਹਾ ਕੋਈ ਤਰੀਕਾ ਹੋਣਾ ਚਾਹੀਦਾ। ਪਰ ਜੇ ਕਿਸੇ ਵੀ ਇੱਕ ਘੱਟ ਗਿਣਤੀ ਨੂੰ ਇੰਜ ਲੱਗੂਗਾ ਕਿ ਉਹਨਾਂ ਨੂੰ ਟਾਰਗੇਟ ਕਰਕੇ ਕੀਤਾ ਜਾ ਰਿਹਾ, ਔਰ 40 ਦੇਸ਼ਾਂ 'ਚ ਮੈਸੇਜ ਗਿਆ, ਇੱਕ 'ਚ ਨਹੀਂ ਹੈਗਾ, ਇਹ ਬੰਦੇ 40 ਦੇਸ਼ਾਂ ਤੋਂ ਹੈ ਔਰ ਉੱਥੇ 40 ਦੇਸ਼ਾਂ 'ਚ ਇਸ ਗੱਲ ਦਾ ਆਪਣੇ ਤੌਰ ਦੇ ਉੱਤੇ ਨੋਟਿਸ ਲਿਆ ਜਾਊਗਾ। ਆਉਣ ਵਾਲੇ ਸਮੇਂ 'ਚ ਸਾਡੇ ਇੰਟਰਨੈਸ਼ਨਲ ਰਿਲੇਸ਼ਨਸ ਦੇ ਉੱਤੇ ਇਹਨਾਂ ਗੱਲਾਂ ਦਾ ਅਸਰ ਪਊਗਾ। ਮੇਰਾ ਖਿਆਲ ਹੈ ਕਿ ਸਾਡੀ ਸਰਕਾਰ ਜਿਹੜੀ ਲਗਾਤਾਰ ਇਜ਼ਰਾਈਲ ਵਰਗੇ ਜੈਵਿਸ਼ ਜਿਹੜੀ ਸਟੇਟ ਹੈਗੀ ਆ, ਉਹਦੇ ਬੜੀ ਨੇੜਤਾ ਇਹਨਾਂ ਦੀ ਸ਼ੁਰੂ ਤੋਂ ਹੀ, ਤੇ ਹੁਣ ਤੇ ਕਿਉਂਕਿ ਸਰਕਾਰਾਂ ਦੇ ਵਿੱਚ ਉਹ ਹੋਰ ਨੇੜਤਾ ਗੂੜੀ ਹੁੰਦੀ ਜਾ ਰਹੀ ਹੈ। ਉਸ ਦੀ ਨਿਗਾਹ ਦੇ ਵਿੱਚ ਜਦੋਂ ਇਹ ਸਾਰੀ ਚੀਜ਼ ਨੂੰ ਦੇਖਿਆ ਜਾਊਗਾ ਉਸ ਦੀ ਪ੍ਰਿਜ਼ਮ 'ਚੋਂ, ਤਾਂ ਇਹ ਹੋਰ ਵੀ ਆਪਸ ਵਿੱਚ ਰਿਸ਼ਤਿਆਂ ਨੂੰ ਸਸਪੈਕਟ ਕਰਨ ਵਾਲਾ ਅੱਗੇ ਜਾ ਕੇ ਰਾਜਨੀਤੀ ਦੇ ਵਿੱਚ ਇਹ ਕਦਮ ਹੋਊਗਾ। ਮੇਰਾ ਖਿਆਲ ਹੈ ਕਿ ਇਸ ਤਰੀਕੇ ਦੀ ਧਾਰਮਿਕ ਕਿਸੇ ਵੀ ਗੱਲ ਦੇ ਉੱਤੇ ਲੱਗਣਾ ਕਿਸੇ ਨੂੰ ਕਿ ਇਹ ਤਬਲੀਗੀਆਂ ਨੂੰ ਕੀਤਾ ਗਿਆ ਆ ਜਾਂ ਮੁਸਲਮਾਨਾਂ ਨੂੰ ਕੀਤਾ ਗਿਆ ਆ, ਇਹਦੇ ਤੋਂ ਸਾਨੂੰ ਥੋੜਾ ਜਿਹਾ ਅਵਾਇਡ ਕਰਨਾ ਚਾਹੀਦਾ। ਮਨਦੀਪ ਬਿਲਕੁਲ ਪ੍ਰੋਫੈਸਰ ਸਾਹਿਬ, ਜੇ ਚਾਹੇ ਉਹ ਲਾ ਦੀ ਵਾਇਓਲੇਸ਼ਨ ਹੋਵੇ ਜਾਂ ਕਿਸੇ ਵੀ ਧਰਮ ਨਾਲ ਸੰਬੰਧਿਤ ਵਿਅਕਤੀ ਹੋਵੇ, ਓਵਰਸਟੇ ਹੋਵੇ, ਤਾਂ ਕੁਝ ਆਧਾਰਾਂ ਦੇ ਉੱਤੇ ਅਸੀਂ ਬਲੈਕਲਿਸਟ ਕਰ ਸਕਦੇ ਹਾਂ। ਪਰ ਸੱਚਮੁੱਚ ਧਰਮ ਦੇ ਆਧਾਰ ਤੇ ਕਿਸੇ ਨਾਲ ਕਿਸੇ ਵੀ ਪ੍ਰਕਾਰ ਦਾ ਵਿਤਕਰਾ ਜਿਹੜਾ ਉਹ ਕਮ ਸੇ ਕਮ ਭਾਰਤ ਵਿੱਚ ਨਹੀਂ ਕਰਨਾ ਬਣਦਾ, ਕਿਉਂਕਿ ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ, ਧਰਮ ਨਿਰਪੱਖ ਦੇਸ਼ ਹੈ। ਇਸ ਵਿੱਚ ਸਾਰੇ ਧਰਮਾਂ ਨੂੰ ਜਿਹੜਾ ਹੈ ਬਰਾਬਰ ਦੀ ਜਗ੍ਹਾ ਦਿੱਤੀ ਗਈ ਹੈ ਸਾਡੇ ਸੰਵਿਧਾਨ ਦੇ ਵਿੱਚ। ਪ੍ਰੋਫੈਸਰ ਸਾਹਿਬ ਜੀ, ਹੁਣ ਅਸੀਂ ਅਗਲੀ ਖਬਰ ਲਈਏ ਤਾਂ ਜੋ ਧਾਰਮਿਕ ਸਥਾਨ ਤੇ ਮਾਲਸ, ਸ਼ਾਪਿੰਗ ਮਾਲਸ ਖੁੱਲ੍ਹਣ ਦੇ ਲਈ ਜਿਹੜੀਆਂ ਗਾਈਡਲਾਈਨਸ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ। ਤੁਹਾਨੂੰ ਕੀ ਲੱਗਦਾ ਕਿ ਲੋਕ ਹੁਣ ਉਸੇ ਤਰ੍ਹਾਂ ਪੁਰਾਣੇ ਜਿਵੇਂ ਪਹਿਲਾਂ ਆਮ ਵਾਂਗ ਭੀੜ ਇਕੱਠੀ ਹੋ ਜਾਂਦੀ ਸੀ ਮਾਲਸ ਦੇ ਵਿੱਚ, ਕੀ ਉਸੇ ਤਰ੍ਹਾਂ ਸਾਰਾ ਕੁਝ ਹੋਏਗਾ ਜਾਂ ਕੁਝ ਚੇਂਜ ਆਵੇਗਾ ਹੁਣ? ਨਹੀਂ, ਹੁਣ ਇੱਕ ਤੇ ਲੋਕ ਅਜੇ ਡਰੇ ਹੋਏ ਆ। ਇੱਕ ਲੋਕਾਂ ਕੋਲ 4 ਪੈਸੇ ਜਿਹੜੇ ਹੈਗੇ ਆ, ਕਈਆਂ ਕੋਲ ਤੇ ਹੈਗੇ ਵੀ ਨਹੀਂ, ਜਿਨ੍ਹਾਂ ਕੋਲ ਹੈਗੇ ਉਹ ਬਚਾ ਕੇ ਰੱਖਣਾ ਚਾਹੁੰਦੇ ਆ। ਇਹ ਸੋਚਦੇ ਆ ਕਿ ਮਨਦੀਪ ਪਤਾ ਨਹੀਂ ਕਿਹੜੇ ਵੇਲੇ ਕਿੰਨੇ ਪੈਸੇ ਦੀ ਲੋੜ ਪੈ ਜਾਣੀ ਆ, ਤੇ ਸਰਕਾਰਾਂ ਦੇ ਕਿਸੇ ਨੂੰ ਬਹੁਤਾ ਭਰੋਸਾ ਨਹੀਂ ਕਿ ਉਹ ਉਹਨਾਂ ਦੀ ਪਿੱਠ ਤੇ ਖੜੇ ਹੋਣਗੇ ਜਦੋਂ ਲੋੜ ਪੈਣਗੀ, ਜਿਹੋ ਜਿਹਾ ਸਾਡਾ ਹੈਲਥ ਸਿਸਟਮ ਹੈਗਾ। ਇਸ ਕਰਕੇ ਉਹੋ ਜਿਹੀਆਂ ਭੀੜਾਂ ਜਿਹੜਾ ਹਰ ਵੀਕਐਂਡ ਤੇ ਹੁੰਦਾ ਸੀ, ਚਲੋ ਅੱਜ ਬਾਹਰ ਚਲਤੇ ਹੈ, ਚਲੋ ਅੱਜ ਬਾਹਰ ਖਾਤੇ ਹੈ, ਉਹ ਵਾਲਾ ਕੰਮ ਤੇ ਨਹੀਂ ਹੋਊਗਾ। ਪਰ ਇਹ ਹੈ ਕਿ ਕਈਆਂ ਨੂੰ ਜਿਹੜਾ ਦੇਖੋ ਬਾਹਰ ਖਾਣ ਦਾ ਚਸਕਾ ਹੁੰਦਾ ਆ, ਵੈਸੇ ਵੀ ਚਲੋ ਜਿਹੜੀ ਡੇਲੀ ਲਾਈਫ ਹੈ, ਅਰਬਨ ਲਾਈਫ ਹੈ, ਬੜੀ ਬੋਰਿੰਗ ਹੁੰਦੀ ਹੈ, ਤਾਂ ਉਹਦੇ 'ਚ ਥੋੜ੍ਹੀ ਜਿਹੀ ਬ੍ਰੇਕ ਦੇਣ ਲਈ ਕਈ ਵਾਰੀ ਇਹ ਚਲੋ ਜ਼ਰੂਰੀ ਵੀ ਹੋ ਜਾਂਦਾ। ਪਰ ਉਹਦੇ 'ਚ ਗਾਈਡਲਾਈਨਸ ਡਿਟੇਲ ਆ ਚੁੱਕੀਆਂ ਆ ਮਨਦੀਪ। ਉਹਦੇ 'ਚ 6 ਫੁੱਟ ਜਿਹੜਾ ਤੁਸੀਂ ਦੂਰ ਟੇਬਲ ਇੱਕ ਦੂਜੇ ਤੋਂ ਰੱਖਣੇ ਆ 2 ਮੀਟਰ ਤੇ। ਇਹਦਾ ਮਤਲਬ ਹੈ ਕਿ ਟੋਟਲ ਕਪੈਸਿਟੀ ਤੇ ਰੈਸਟੋਰਾਂ ਹੋਣ, ਮਾਲ ਹੋਣ, ਜਿੱਥੇ ਵੀ ਖਾਣ ਪੀਣ ਦੀ ਜਗ੍ਹਾ ਹੋਊਗੀ, ਈਵਨ ਗੁਰਦੁਆਰਿਆਂ ਦੇ ਵਿੱਚ ਵੀ ਜਾਂ ਮੰਦਿਰਾਂ ਦੇ ਧਾਰਮਿਕ ਸਥਾਨਾਂ ਦੇ ਵਿੱਚ ਵੀ ਉਹ ਦੂਰੀ ਮੇਨਟੇਨ ਕਰਨੀ ਪਊਗੀ। ਇਸ ਕਰਕੇ ਇਵੇਂ ਜਦੋਂ ਉਹਨਾਂ ਨੇ ਐਂਟਰ ਕਰਨਾ, ਉਹਨਾਂ ਦਾ
ਟੈਸਟ ਥਰਮਲ ਟੈਸਟ ਜਿਹੜਾ ਉਹ ਲਿਆ ਜਾਊਗਾ ਤਾਂ ਕਿ ਉਹਨਾਂ ਦੀ ਟੈਂਪਰੇਚਰ ਕੀ ਹੈਗੀ ਹੈ। ਇਹ ਹੋਰ ਵੀ ਜਿਸ ਤਰ੍ਹਾਂ ਹੁਣ ਗੁਰਦੁਆਰੇ ਦੇ ਵਿੱਚ ਪ੍ਰਸ਼ਾਦ ਦੇਣਾ ਜਾਂ ਲੈਣਾ ਜਾਂ ਉਸ ਕਿਸਮ ਦੀਆਂ ਕੋਈ ਡਿਟੇਲ ਗਾਈਡਲਾਈਨਸ ਆਈਆਂ ਆ। ਤੇ ਮੇਰਾ ਖਿਆਲ ਹੈ ਕਿ ਦੇਖੋ ਕੁਛ ਨਾ ਕੁਛ ਤੇ ਚਲੋ ਸਾਨੂੰ ਧਿਆਨ ਦੇਣਾ ਵੀ ਪਊਗਾ ਕਿ ਕੋਈ ਸਿਹਤ ਨਾਲ ਰਿਲੇਟਡ ਹੈ ਕਿਸੇ ਵੀ ਧਰਮ ਸਥਾਨ ਤੇ ਜੇ ਕੋਈ ਇਹੋ ਜਿਹਾ ਜ਼ਿਆਦਾ ਜਿਵੇਂ ਤਬਲੀਗੀਆਂ ਦਾ ਪਹਿਲਾਂ ਹੋ ਗਿਆ ਮਰਕਜ਼ ਦੇ ਵਿੱਚ, ਉਹੋ ਜਿਹਾ ਜੇ ਕਿਤੇ ਵੀ ਧਰਮ ਸਥਾਨ ਤੇ ਇਹੋ ਜਿਹਾ ਜ਼ਿਆਦਾ ਕਰੋਨਾ ਵਾਇਰਸ ਦਾ ਸੰਕਰਮਣ ਫੈਲਦਾ ਹੈ ਤਾਂ ਉਸ ਧਰਮ ਦੇ ਨਾਲ ਵੀ ਬਦਨਾਮੀ ਵੀ ਜੁੜਦੀ ਹੈਗੀ। ਇਹ ਤੇ ਧਰਮ ਦੇ ਜਿਹੜੀਆਂ ਆਪਣੀਆਂ ਧਾਰਮਿਕ ਬਾਡੀ ਹੈ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਉਹ ਥੋੜਾ ਇਸ ਗੱਲ ਦੀਆਂ ਜਿਹੜੀਆਂ ਬੇਸਿਕ ਗਾਈਡਲਾਈਨਸ ਆ ਜਿਨ੍ਹਾਂ ਨੂੰ SOP ਕਹਿੰਦੇ ਆ ਉਸ ਨੂੰ ਫਾਲੋ ਕੀਤਾ ਜਾਵੇ ਔਰ ਉਹ ਸਾਡੇ ਸਾਰਿਆਂ ਦੇ ਹੱਕ 'ਚ ਤੇ ਬਲੀਵਰਸ ਦੇ ਵੀ ਹੱਕ ਦੇ ਵਿੱਚ ਹੈਗਾ ਆ। ਪਰ ਇਸ ਜਿਹੜੀ ਤੁਸੀਂ ਸਵਾਲ ਕੀਤਾ ਨਾ ਕਿ ਰੈਸਟੋਰਾਂ ਜਾਂ ਹੋਰ ਮਾਲ ਦੇ ਵਿੱਚ ਕਿੰਨੀ ਭੀੜ ਭੜੱਕਾ ਹੋਊਗਾ, ਮੈਨੂੰ ਨਹੀਂ ਲੱਗਦਾ ਕਿਉਂਕਿ ਉਹ 50% ਦੀ ਕਪੈਸਿਟੀ ਤੇ ਵੈਸੇ ਹੀ ਚੱਲਣਗੇ। ਇਸ ਕਰਕੇ ਉਹ ਤੇ ਘੱਟ ਬੰਦਾ ਸੌਦਾ ਤੇ ਅਜੇ ਕੋਈ ਉਹ ਜੋਸ਼ ਉਹਨਾਂ ਨਹੀਂ ਆਊਗਾ ਬੰਦੀ। ਜੀ ਪ੍ਰੋਫੈਸਰ ਸਾਹਿਬ, ਗੱਲ ਅਸੀਂ ਹੁਣ ਕਰੋਨਾ ਦੀ ਵੀ ਕਰਨੀ ਹੈ ਜਿਹਦੀ ਕਿ ਲਗਾਤਾਰ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਅਸੀਂ ਜ਼ਿਕਰ ਕਰ ਰਹੇ ਸੀ ਜੋ ਧਾਰਮਿਕ ਸਥਾਨ ਹੁਣ ਦੁਬਾਰਾ ਖੁੱਲਣਗੇ, ਸ਼ਾਪਿੰਗ ਮਾਲ ਖੁੱਲਣਗੇ, ਪਰ ਕਰੋਨਾ ਦਾ ਡਰ ਲੋਕਾਂ ਦੇ ਮਨਾਂ ਵਿੱਚ ਇੰਨਾ ਬੈਠਾ ਹੋਇਆ ਹੈ ਕਿ ਸੱਚਮੁੱਚ ਹੀ ਪਹਿਲਾਂ ਵਰਗੀ ਸਥਿਤੀ ਤਾਂ ਬਣਨੀ ਮੁਸ਼ਕਲ ਹੈ ਤੇ ਲੋਕਾਂ ਵਿੱਚ ਸਹਿਮ ਚਾਹੀਦਾ ਵੀ ਹੈ ਕਿਉਂਕਿ ਜੇ ਸਿਹਤ ਹੈ ਜਾਨ ਹੈ ਤਾਂ ਜਹਾਨ ਹੈ। ਤਾਂ ਹੁਣ ਜੇ ਅਸੀਂ ਕਰੋਨਾ ਦੀ ਗੱਲ ਕਰ ਲਈਏ ਤਾਂ ਲਗਾਤਾਰ ਲੋਕਡਾਊਨ ਖੁੱਲ ਰਿਹਾ ਜਿਸ ਨੂੰ ਕਿ ਇੰਡੀਅਨ ਗਵਰਨਮੈਂਟ ਵੱਲੋਂ ਅਨਲੌਕ 1 ਦਾ ਨਾਮ ਦਿੱਤਾ ਗਿਆ ਹੈ, ਪਰ ਕਰੋਨਾ ਕੇਸਾਂ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਜੀ। ਇੱਕ ਦਿਨ ਵਿੱਚ 9,304 ਕੇਸ ਸਾਹਮਣੇ ਆਏ ਨੇ, ਲਗਾਤਾਰ ਗਿਣਤੀ ਵਧ ਰਹੀ ਹੈ ਰੋਜ਼ਾਨਾ। ਇਹ ਮੈਂ ਤੁਹਾਨੂੰ ਜੇ ਅਪਡੇਟ ਕਰਦਾ ਜਿਹੜੇ ਹੁਣੇ ਪਿਛਲੇ 24 ਘੰਟਿਆਂ ਦੀ ਗਿਣਤੀ ਆਈ ਆ ਉਹ 9,851 ਹੈ। ਇਹਦਾ ਮਤਲਬ ਇਹ ਹੈ ਕਿ 10,000 ਨੂੰ ਟੈਲੀ ਪਹੁੰਚਣੀ ਵਾਲੀ ਹੈ ਜਿਵੇਂ ਅਸੀਂ ਪਹਿਲਾਂ ਗੱਲ ਕਰ ਹੀ ਰਹੇ ਸੀਗੇ ਜੀ। ਇਹ ਅਜੇ ਉਦੋਂ ਟੈਲੀ ਇੰਨੀ ਵੱਧ ਰਹੀ ਆ ਲਗਾਤਾਰ ਡੇਲੀ ਜਦੋਂ ਅਸੀਂ ਅਜੇ ਬੜੇ ਲਿਮਟਿਡ ਸੈਂਪਲ ਲੈ ਰਹੇ ਹਾਂ। ਜਿਵੇਂ ਮਹਾਰਾਸ਼ਟਰ ਦੇ ਵਿੱਚ ਵੀ 4,000 ਡੇਲੀ ਜਾਂ ਇਸ ਕਿਸਮ ਦੇ ਸੈਂਪਲ ਲਏ ਜਾ ਰਹੇ ਆ, ਬੜੇ ਲਿਮਟਿਡ ਕਿਉਂਕਿ ਸਾਧਨ ਵੀ ਨਹੀਂ ਹੈਗੇ ਤੇ ਬਹੁਤ ਮੁਸ਼ਕਲ ਵੀ ਹੈਗਾ ਆ ਸਾਰਿਆਂ ਦਾ ਕਿਵੇਂ ਕੀਤਾ ਜਾਏ। ਇਸ ਕਰਕੇ ਜੇ ਅਸੀਂ ਇੰਨੇ ਘੱਟ ਏਡੇ ਵੱਡੇ ਦੇਸ਼ ਜਿਹੜੇ 133 ਕਰੋੜ ਦੀ ਪਾਪੂਲੇਸ਼ਨ ਹੈ ਇੰਨੇ ਘੱਟ ਸੈਂਪਲ ਦੇ ਉੱਤੇ ਇੰਨੇ ਵੱਧ ਆ ਰਹੇ ਤੇ ਇਹਦਾ ਮਤਲਬ ਹੈ ਕਿ ਕਮਿਊਨਿਟੀ ਸਪਰੈਡ ਤੇ ਹੋ ਹੀ ਚੁੱਕਾ ਆ। ਆਉਣ ਇਹਦੇ 'ਚ ਦੇਖੋ ਹੁਣ ਆਪਾਂ ਬਿਲਕੁਲ ਘਰ 'ਚ ਤੇ ਲਾਕਡਾਊਨ ਕਰਕੇ ਨਹੀਂ ਰਹਿ ਸਕਦੇ, ਪਰ ਇਹੀ ਹੈ ਕਿ ਜਿਹੜੀਆਂ ਗਾਈਡਲਾਈਨਸ ਜਨਰਲੀ ਬਣੀਆਂ ਹੋਈਆਂ ਉਸ ਦੇ ਧਿਆਨ ਦੇ ਵਿੱਚ ਹੀ ਚੱਲਣਾ ਪਊਗਾ। ਪੰਜਾਬ ਦਾ ਵੀ ਇਸੇ ਤਰੀਕੇ ਦੇ ਨਾਲ ਦੇਖਿਆ ਜਾਏ ਤੇ ਅਜੇ ਵੀ ਕਿਸੇ ਕਿਸਮ ਦਾ ਟੋਟਲ ਰੁਕਣ ਵਿੱਚ ਤੇ ਨਾਂ ਨਹੀਂ ਲੈ ਰਿਹਾ, ਪਰ ਮੈਨੂੰ ਲੱਗਦਾ ਹੈ ਕਿ ਜਿਸ ਕਿਸਮ ਦੀ ਅਸੀਂ ਸ਼ੁਰੂਆਤੀ ਦੌਰ ਦੇ ਵਿੱਚ ਕੀਤਾ ਕਿ ਸਾਰਾ ਕੁਝ ਬੰਦ ਕਰਕੇ ਕੀਤਾ ਔਰ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਇੱਕ ਗੱਲ ਤੇ ਸਾਫ਼ ਹੈ ਕਿ ਉਸ ਨੂੰ ਅਸੀਂ ਹਾਲ ਦੀ ਘੜੀ ਰੋਕਣ ਦੇ ਵਿੱਚ ਬਿਲਕੁਲ ਨਾਕਾਮਯਾਬ ਰਹੇ ਹਾਂ। ਜੋ ਪਹਿਲੀਆਂ ਗੱਲਾਂ ਕਿਆਸ ਰਾਈਆਂ ਲਾਈਆਂ ਜਾਂਦੀਆਂ ਸੀ ਮਨਦੀਪ ਕਿ ਜੂਨ ਤੇ ਜੁਲਾਈ ਦੇ ਵਿੱਚ ਇਹ ਪੀਕਿੰਗ ਹੋਊਗੀ, ਅਜੇ ਸਾਡੀ ਪੀਕਿੰਗ ਨਹੀਂ ਹੈ। ICMR ਨੇ ਵੀ ਇਹ ਗੱਲ ਕਹੀ ਹੈ ਕਿ ਅਜੇ ਸਾਇੰਸੀ ਪੂਰਾ ਜਿਹੜਾ ਅਖੀਰ ਤੱਕ ਸਭ ਤੋਂ ਜ਼ਿਆਦਾ ਗਿਣਤੀ ਪਹੁੰਚਣੀ ਉਹ ਅਜੇ ਨਹੀਂ ਪਹੁੰਚੀ ਤੇ ਇਸ ਲਈ ਇਹ ਬੜੀ ਹੈਗੀ ਤੇ ਚਿੰਤਾਜਨਕ ਤੇ ਦੁਖਦਾਈ ਖਬਰ ਹੈ। ਪਰ ਅਸਲੀਅਤ ਇਹੀ ਹੈ ਕਿ ਅਸੀਂ ਜਿਸ ਪੱਧਰ ਤੇ ਉਸ ਦਾ ਮੁਕਾਬਲਾ ਕਰਨ ਦੇ ਵਿੱਚ ਕਾਮਯਾਬ ਹੋਣਾ ਚਾਹੀਦਾ ਸੀ, ਹਾਲ ਦੀ ਘੜੀ ਕਰੋਨਾ ਸਾਡੇ ਤੇ ਭਾਰੀ ਆ, ਅਸੀਂ ਉਹਦੇ ਪਿੱਛੇ ਆ ਮਨਦੀਪ। ਜੀ ਪ੍ਰੋਫੈਸਰ ਸਾਹਿਬ, ਹੁਣ ਜੇ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦੀ ਗੱਲ ਕਰ ਲਈਏ ਤਾਂ ਸੁਪਰੀਮ ਕੋਰਟ ਨੇ ਜੋ ਦਿੱਲੀ, ਹਰਿਆਣਾ ਤੇ ਨਾਲ ਹੀ UP ਦੀਆਂ ਸਰਕਾਰਾਂ ਨੂੰ ਮੀਟਿੰਗ ਕਰਨ ਲਈ ਕਿਹਾ ਹੈ ਤੇ ਇਸ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਆਪਸ ਵਿੱਚ ਹੀ ਇਹ ਸਮਝੌਤਾ ਕਰ ਲਓ ਤਾਂ ਕਿ ਕੋਈ ਇੰਟਰ ਸਟੇਟ ਮੂਵਮੈਂਟ ਲਈ ਕਾਮਨ ਪਾਸ ਦਾ ਜਿਹੜਾ ਹੈ ਪ੍ਰਬੰਧ ਹੋ ਸਕੇ ਲੋਕਡਾਊਨ ਦੇ ਦੌਰਾਨ। ਮਨਦੀਪ ਇਹ ਬੜੀ ਕਾਮਨ ਸੈਂਸ ਆ। ਹੁਣ ਤੁਸੀਂ ਇਹ ਦੇਖੋ ਕਿ ਪੰਚਕੂਲਾ, ਚੰਡੀਗੜ੍ਹ ਔਰ ਮੋਹਾਲੀ ਇਹਨਾਂ ਨੂੰ ਟਰਾਈ ਸਿਟੀ ਕਹਿੰਦੇ ਆ। ਪੰਚਕੂਲੇ ਦਾ ਤੇ ਚਲੋ ਸੈਕਟਰ ਸਿਸਟਮ ਥੋੜਾ ਜਿਹਾ ਅਲੱਗ ਕਹਿ ਲਓ, ਪਰ ਜਿਹੜਾ ਚੰਡੀਗੜ੍ਹ ਹੈ ਉਹ ਤੇ ਚੰਡੀਗੜ੍ਹ ਔਰ ਮੋਹਾਲੀ ਹੈ ਤੇ ਬਿਲਕੁਲ ਚੰਡੀਗੜ੍ਹ ਦੀ ਐਕਸਟੈਂਸ਼ਨ ਹੈ। ਸੈਕਟਰ ਸਿਸਟਮ ਵੀ ਉੱਥੇ ਸੀਰੀਅਲ 'ਚ ਹੀ ਅੱਗੇ ਤੁਰੇ ਜਾਂਦੇ ਆ। ਇਹ 'ਚ ਇੱਕ ਵੈਸੇ ਹੀ ਲਾਈਨ ਜਗਰਾਫੀਕਲ ਖਿੱਚੀ ਹੋਈ ਆ, ਵੈਸੇ ਬਿਲਕੁਲ ਸਟੇ ਹੋਏ ਇੱਕੋ ਹੀ ਸੀਕੁਐਂਸ 'ਚ ਸੈਕਟਰ ਵਾਈਜ਼ ਵੀ ਚੱਲ ਰਹੇ ਆ, ਹੈ ਨਾ। ਇਸ ਕਰਕੇ ਜੇ ਤੁਸੀਂ ਹੁਣ ਇਹਨੂੰ ਆਰਟੀਫੀਸ਼ਲੀ ਬੰਦ ਕਰ ਦਿਓ ਵੀ ਮੋਹਾਲੀ 'ਚ ਕੋਈ ਹੋਰ ਰੂਲ ਚੱਲ ਰਿਹਾ, ਚੰਡੀਗੜ੍ਹ 'ਚ ਕੋਈ ਹੋਰ ਰੂਲ ਚੱਲ ਰਿਹਾ, ਅਸੀਂ ਨਹੀਂ ਇੱਥੇ ਚੱਲਣ ਦੇਣਾ, ਉੱਥੇ ਆਟੋ 'ਚ 2 ਬਹਿੰਦੇ ਆ, ਇੱਥੇ ਇੱਕ ਆਟੋ 'ਚ 1 ਬਹਿੰਦਾ, ਇਹ ਨਹੀਂ ਚੱਲੂਗਾ। ਇਸ ਕਰਕੇ ਜਿਹੜੇ ਲੋਕ ਸ਼ਹਿਰ ਜਿਸ ਤਰ੍ਹਾਂ ਆਰਗੈਨਿਕਲੀ ਇੱਕ ਦੂਜੇ ਦੇ ਬਿਲਕੁਲ ਨੇੜੇ ਆ ਗਏ ਆ ਜਾਂ ਇੱਕ ਦੂਜੇ ਦੇ ਬਿਲਕੁਲ ਸਟੇ ਹੋਏ ਆ, ਜਿੱਥੇ ਰੋਜ਼ ਵੱਡੇ ਪੱਧਰ ਤੇ ਕੰਮਿਊਟਰਸ ਨੇ ਆਉਣਾ ਜਾਣਾ, ਹੁਣ ਗੁੜਗਾਉਂ ਹੈਗਾ, ਫਰੀਦਾਬਾਦ ਹੈ, ਨਾਲ ਇਸੇ ਤਰੀਕੇ ਨਾਲ ਨੋਇਡਾ ਹੈ, ਇੱਧਰੋਂ ਪਾਣੀਪਤ, ਸੋਨੀਪਤ ਦਾ ਏਰੀਆ, ਹੋਰ ਇਹ ਸਾਰੇ ਬਿਲਕੁਲ। ਇਸ ਕਰਕੇ ਹਰਿਆਣਾ
ਔਰ ਯੂਪੀ ਔਰ ਦਿੱਲੀ ਦੀ ਸਰਕਾਰ ਵਿੱਚ ਯੂਨੀਅਨ ਗਵਰਨਮੈਂਟ ਨੂੰ ਬਿਠਾ ਕੇ, ਕਿਉਂਕਿ ਉਹ ਸਾਰੇ ਹੈੱਡਕੁਆਟਰ ਉੱਥੇ ਆ, ਸੁਪਰੀਮ ਕੋਰਟ ਨੇ ਇਹ ਕਿਹਾ ਕਿ ਤੁਸੀਂ ਬੈਠ ਕੇ ਜਿਹੜਾ ਰੀਜਨਲ ਏਰੀਆ, ਨੈਸ਼ਨਲ ਕੈਪੀਟਲ ਰੀਜਨਲ ਏਰੀਆ ਹੈਗਾ, ਉਹ ਇੱਕ ਪਾਲਿਸੀ ਬਣਾਓ ਤਾਂ ਕਿ, ਕਿਉਂਕਿ ਸਟੇ ਹੋਏ ਆ ਰੋਜ਼ ਲੱਖਾਂ ਦੀ ਗਿਣਤੀ 'ਚ ਨੇੜੇ ਤੇੜੇ ਦੇ ਲੋਕਾਂ ਨੇ ਦਿੱਲੀ 'ਚ ਆਉਣਾ, ਫਿਰ ਡੇਲੀ ਵਾਪਸ ਜਾਣਾ। ਕਦੀ ਗੜਗਾਉਂ ਵਾਲੇ, ਹਰਿਆਣੇ ਵਾਲੇ ਸੜਕਾਂ ਨੂੰ ਤੋੜ ਕੇ ਟੋਏ ਪੁੱਟ ਦਿੰਦੇ ਆ। ਕਦੀ ਆਪਣਾ ਕੇਜਰੀਵਾਲ ਸਾਹਿਬ ਜੀ ਨੇ ਕਹਿਤਾ ਕਿ ਅਸੀਂ 7 ਦਿਨ ਲਈ ਕੋਈ ਬਾਹਰੋਂ ਨਹੀਂ ਆਉਣ ਦੇਣਾ। ਇੰਜ ਕਿਵੇਂ ਚੱਲੂਗਾ? ਇਹਦੇ ਨਾਲ ਤੁਸੀਂ ਜਿਹੜੀ ਇਕਨੋਮੀ ਹੁੰਦੀ ਆ ਤੁਹਾਡੀ, ਉਹ ਤੇ ਇੱਕ ਦੂਜੇ ਨਾਲ ਜੁੜੀ ਹੋਈ ਆ, ਦਫ਼ਤਰੀ ਕੰਮ ਵੀ ਇੱਕ ਦੂਜੇ ਨਾਲ ਜੁੜੇ ਹੋਏ ਆ, ਮੈਟਰੋ ਹੈਗੀ ਆ ਜਿਹਨੇ ਜੋੜਿਆ ਹੋਇਆ ਸੀ ਬੜੇ ਤਗੜੇ ਢੰਗ ਨਾਲ। ਇੱਕ ਪਾਲਿਸੀ ਇਹਨਾਂ ਨੂੰ ਬਣਾਉਣੀ ਪਊ। ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਹੁਣ ਦੁੱਖ ਤਕਲੀਫਾਂ ਸਾਰੇ ਉੱਥੇ ਕੰਪਿਊਟਰ ਚੱਲ ਰਹੇ ਆ ਕਰੋਨਾ ਵਾਇਰਸ ਦੇ ਨਾਂ ਦੇ ਉੱਤੇ, ਉਹ ਦੂਰ ਹੋਣਗੇ ਔਰ ਇਹ ਪਾਲਿਸੀ ਜਲਦੀ ਬਣ ਜਾਣੀ ਚਾਹੀਦੀ ਆ। ਮਨਦੀਪ ਜੀ ਪ੍ਰੋਫੈਸਰ ਸਾਹਿਬ, ਹੁਣ ਜੇ ਅਸੀਂ ਪੰਜਾਬ ਵੱਲ ਆਈਏ ਤਾਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਮੀਟਿੰਗ ਕੀਤੀ, ਜਿਸ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਹੈ ਹੁਣ ਸਾਨੂੰ ਕੋਈ ਏਜੰਡਾ ਤਿਆਰ ਕਰਨਾ ਪਵੇਗਾ, ਜਿਹਦੇ ਵਿੱਚ ਕਿ ਬਿਜਲੀ ਦੇ ਮੁੱਦੇ ਨੂੰ ਲੈ ਕੇ, ਸ਼ਰਾਬ ਮਾਫੀਆ ਦੇ ਮੁੱਦੇ ਨੂੰ ਲੈ ਕੇ ਤੇ ਹੋਰ ਜੋ ਹੁਣ ਕਿਸਾਨਾਂ ਦੇ ਲਈ ਨਵੀਆਂ ਵਿਵਸਥਾਵਾਂ ਕੀਤੀਆਂ ਗਈਆਂ ਨੇ, ਸਾਰੇ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਵੱਲੋਂ। ਹਾਂ ਮਨਦੀਪ, ਜਿਸ ਤਰ੍ਹਾਂ ਨਾ ਯੂਜ਼ੁਅਲ ਇੱਕ ਐਕਸਰਸਾਈਜ਼ ਹੈਗੀ ਆ, 2022 ਦੀਆਂ ਮਸ਼ਕਾਂ ਸ਼ੁਰੂ, ਰਾਜਨੀਤਿਕ ਮਸ਼ਕਾਂ ਸ਼ੁਰੂ ਹੋ ਗਈਆਂ ਆ। ਨਾਲ ਇਹ ਵੀ ਵਿੱਚ ਕਦੀ ਕਦੀ ਬੀਨ ਵੱਜੀ ਜਾਣੀ ਆ ਜੀ, ਬੀਜੇਪੀ ਅਕਾਲੀਆਂ ਨਾਲੋਂ ਅਲੱਗ ਹੋ ਜੂਗੀ, ਫਿਰ ਬੀਜੇਪੀ ਦਾ ਦਿੱਲੀੋਂ ਬਿਆਨ ਆ ਜਾਊਗਾ ਕਿ ਨਹੀਂ ਨਹੀਂ ਜੀ ਅਸੀਂ ਇਕੱਠੇ ਚੋਣਾਂ ਲੜਾਂਗੇ। ਕਦੀ ਪ੍ਰਕਾਸ਼ ਸਿੰਘ ਬਾਦਲ ਜੀ ਦਾ ਉਹ ਚੋਣ ਲੜਨਗੇ ਕਿ ਨਹੀਂ ਲੜਨਗੇ। ਇਹੋ ਜਿਹੀਆਂ ਗੱਲਾਂ ਜਦੋਂ ਰਾਜਨੀਤੀ ਦਾ, ਜਦੋਂ ਚੋਣਾਂ ਦਾ ਨੇੜੇ ਤੇੜੇ ਮਾਹੌਲ ਆਉਂਦਾ ਸ਼ੁਰੂ ਹੋ ਗਿਆ, ਹੁਣ ਉਸੇ ਹੀ ਰਾਜਨੀਤੀ ਦੇ ਹਿੱਸੇ ਦੇ ਵਜੋਂ ਇਹ ਨਵੇਂ 3 ਗੱਲਾਂ ਕਿ ਇੱਥੇ ਜੀ ਸ਼ਰਾਬ ਬੜੇ ਵੱਡੇ ਪੱਧਰ ਤੇ ਵਿਕ ਰਹੀ ਆ, ਬੜੀ ਵੱਡੀ ਸਮਗਲਿੰਗ ਹੈਗੀ ਆ, ਉਹ 560 ਕਰੋੜ ਦਾ ਸਾਨੂੰ ਸਰਕਾਰ ਨੂੰ ਚੂਨਾ ਲੱਗ ਗਿਆ, ਉਹਦੇ ਖਜ਼ਾਨੇ ਨੂੰ ਚੂਨਾ ਲੱਗ ਗਿਆ, ਉਹਦੀ ਇਨਕੁਆਇਰੀ ਹੋਣੀ ਚਾਹੀਦੀ ਆ, ਬੀਜਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਆ, ਹੋਰ ਜਿੰਨੀਆਂ ਵੀ ਇੱਥੇ ਮਾਫੀਆ ਆ ਉਹਦੀ ਨਾਲੋਂ ਨਾਲ ਇਨਕੁਆਇਰੀ, ਬਿਜਲੀ ਦਾ ਇਸ ਕਿਸਮ ਦਾ ਇਨਕੁਆਇਰੀ ਦੀ ਉਹ ਮੰਗ ਕਰ ਰਹੇ ਹੈਗੇ। ਕੌਣ? ਅਕਾਲੀ ਦਲ ਔਰ ਬੀਜੇਪੀ ਮਿਲ ਕੇ ਉਹਨਾਂ ਨੇ ਮੀਟਿੰਗ ਕੀਤੀ ਆ। ਮੋਟੇ ਤੌਰ ਤੇ ਆ ਕਿ ਲੋਕਾਂ ਨੂੰ ਹੁਣ ਥੋੜਾ ਆਪਣੇ ਤੌਰ ਤੇ ਦੋਵੇਂ ਪਾਰਟੀਆਂ ਰਲ ਕੇ ਪਰਮਤ ਕਰਨ ਦੀ ਕੋਸ਼ਿਸ਼ ਕਰਨਗੀਆਂ। ਹੋਲੀਅਰ ਦੈਨ ਥਾਓ ਜਿਹਨੂੰ ਕਹਿੰਦੇ ਆ ਕਿ ਇਹਨਾਂ ਦਾ ਛੱਡੋ, ਇੱਕ ਕਾਂਗਰਸ ਆ, ਕਾਂਗਰਸ ਦਾ ਕਲਚਰ ਕਦੀ ਕੰਮ ਕੀਤਾ, ਇਹ ਤੇ ਦੋਵੇਂ ਹੱਥੀਂ ਲੁੱਟਦੇ ਆ, ਅਸੀਂ ਥੋੜੇ ਜਿਹੇ ਇਹਨਾਂ ਨਾਲੋਂ ਵਧੀਆ ਹੈਗੇ ਆ, ਦੇਖੋ ਅਸੀਂ ਮਤਲਬ ਸਾਫ਼ ਸੁਥਰੇ ਹੈਗੇ ਆ, ਸਾਡਾ ਰਿਕਾਰਡ ਇਹਨਾਂ ਨਾਲੋਂ ਤੇ ਚੰਗਾ। ਇਸ ਤਰੀਕੇ ਦੀ ਹੁਣ ਪੋਲਿਟਿਕਸ ਸ਼ੁਰੂਆਤ ਉਹਦੀ ਹੋ ਗਈ ਹੈ। ਪਰ ਲੋਕ, ਮੈਂ ਮਨਦੀਪ ਕਹਿਦਾ, ਬੜੇ ਨਿਰਾਸ਼ ਆ ਸਾਰੀਆਂ ਹੀ ਐਸਟੈਬਲਿਸ਼ਡ ਪਾਰਟੀਆਂ ਵੱਲੋਂ। ਕਿੱਧਰ ਨੂੰ ਜਾਣਗੇ, ਕੀ ਬਣੂਗਾ, ਇਹ ਤੇ ਹੁਣ ਹੋਰ 6 ਮਹੀਨਿਆਂ ਬਾਅਦ ਹੌਲੀ ਹੌਲੀ ਪਤਾ ਲੱਗੂਗਾ। ਪਰ ਹਾਲਾਤ ਅੱਜ ਦੀ ਜਿਹੜੀ ਆ ਉਹ ਬੜੀ ਨਿਰਾਸ਼ਾਜਨਕ ਆ। ਜੋ ਲੋਕ ਚਾਹੁੰਦੇ ਆ, ਜੋ ਲੋਕ ਮੁੱਦੇ ਆ, ਜੋ ਲੋਕਾਂ ਦੀ ਪੀੜਾ ਆ, ਉਸ ਨੂੰ ਐਡਰੈਸ ਜਿਹੜੀ ਪੰਜਾਬ ਦੀ ਗੌਰਮੈਂਟ ਵੀ ਤੇ ਜਿਹੜੀਆਂ ਕਿਸੇ ਵੇਲੇ ਰਾਜ ਕਰਦੀਆਂ ਵਿਰੋਧੀ ਪਾਰਟੀਆਂ ਸੀਗੀਆਂ ਉਹ ਵੀ, ਉਹਨਾਂ ਨੂੰ ਐਡਰੈਸ ਕਰਨ ਲਈ, ਉਹਨਾਂ ਦੇ ਉੱਤੇ ਲੋਕਾਂ ਦੇ, ਉਹਨਾਂ ਦੇ ਦੁੱਖ ਦਰਦ 'ਚ ਸਹਾਈ ਹੋਣ ਲਈ ਬੜੀਆਂ ਫੇਲ ਹੋਈਆਂ ਹੈ। ਜੀ ਪ੍ਰੋਫੈਸਰ ਸਾਹਿਬ, ਹੁਣ ਜੇ ਅਸੀਂ ਅਗਲੀ ਖਬਰ ਲਈਏ ਤਾਂ ਰਾਹੁਲ ਗਾਂਧੀ ਹੁਣਾਂ ਨੇ ਜੋ ਰਾਜੀਵ ਬਜਾਜ ਦੇ ਨਾਲ ਗੱਲਬਾਤ ਕੀਤੀ ਹੈ, ਇਸ ਵਿੱਚ ਉਹਨਾਂ ਨੇ ਲੋਕਡਾਊਨ ਦੇ ਪ੍ਰਭਾਵ ਤੇ ਗੱਲ ਕੀਤੀ, ਦੇਸ਼ ਦੀ ਆਰਥਿਕਤਾ ਦੀ ਗੱਲ ਕੀਤੀ। ਤੁਸੀਂ ਕੀ ਕਹੋਗੇ, ਜਿਹੜੀ ਇਸ ਗੱਲਬਾਤ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਹੈ, ਇਹਦਾ ਕੀ ਨਿਚੋੜ ਕੱਢਿਆ ਜਾ ਸਕਦਾ ਹੈ? ਇਹ ਤੇ ਕਾਫੀ ਚਰਚਾ ਰਹੀ ਹੈ ਮਨਦੀਪ ਕੱਲ, ਤੇ ਚਰਚਾ ਰਹਿਣੀ ਵੀ ਚਾਹੀਦੀ ਸੀ। ਉਹ ਇੱਕ ਵੱਡਾ ਕਾਰਪੋਰੇਟ ਘਰਾਣਾ ਹੈਗਾ ਆ। ਇਸੇ ਤਰ੍ਹਾਂ ਰਾਹੁਲ ਗਾਂਧੀ ਕਾਂਗਰਸ ਦੇ ਇੱਕ ਮੁੱਖ ਚਿਹਰੇ ਹੈਗੇ ਆ, ਤੇ ਕੁਦਰਤੀ ਦੋਵਾਂ ਦਾ ਇੰਜ ਹੋਣਾ ਜਿਹੜਾ ਇਸ ਗੱਲ ਦੀ ਵਾਰਤਾਲਾਪ ਦਾ, ਉਹਦੀ ਚਰਚਾ ਹੋਣੀ ਸੀਗੀ। ਉਹਦੇ 'ਚ ਚਰਚਾ ਦਾ ਮੁੱਖ ਜਿਹੜੇ ਕਾਰਪੋਰੇਟ ਘਰਾਣੇ ਦੇ ਬਜਾਜ ਸਾਹਿਬ ਹੈਗੇ, ਉਹਨਾਂ ਦਾ ਕਹਿਣਾ ਇਹ ਹੈਗਾ ਕਿ ਦੇਖੋ ਇਹ ਅਸੀਂ ਤੇ ਦੋ ਹੀ ਪਾਸਿਓਂ ਗਏ। ਉਹ ਮਤਲਬ ਐਗਜ਼ਾਮਪਲ ਤੇ ਇਸੇ ਤਰ੍ਹਾਂ ਦੀ ਹੁੰਦੀ ਆ ਵੀ ਸ਼ਾਹ ਵੇਲੇ ਤੋਂ ਵੀ ਗਏ ਤੇ ਗੋਲਾਂ ਤੋਂ ਵੀ ਗਏ। ਇਸ ਕਰਕੇ ਉਹ ਸ਼ਾਹ ਵੇਲੇ ਮਤਲਬ ਦੋ ਹੀ ਪਾਸਿਓਂ ਅਸੀਂ ਗਏ। ਤੇ ਉਹ ਇਹਦਾ ਕਾਰਨ ਇਹਦਾ ਆ, ਮੁੱਖ ਇਹੀ ਹੈ ਕਿ ਇਕੋਨਮੀ ਦਾ ਤੇ ਪੱਠਾ ਬੜੇ ਬੁਰੇ ਤਰੀਕੇ ਨਾਲ ਬੈਠ ਹੀ ਗਿਆ। ਤੁਹਾਨੂੰ ਪਤਾ ਕਿ ਜਿਹੜਾ ਆਮ ਕਾਰੋਬਾਰੀ, ਛੋਟਾ ਕਾਰੋਬਾਰੀ, ਉਹਦਾ ਤੀਜਾ ਹਿੱਸਾ ਉਸ ਕਾਰੋਬਾਰੀਆਂ ਦਾ ਤਬਾਹ ਹੋ ਚੁੱਕਾ, ਉਹ ਦੁਬਾਰਾ ਨਹੀਂ ਉੱਠ ਪਾਊਗਾ। ਜਿਹੜਾ ਬਾਕੀ 60-65% ਹੈਗਾ, ਉਹਨਾਂ ਚੋਂ ਅੱਧਾ ਕੁ ਤੇ ਜੇ ਉਹਨਾਂ ਨੂੰ ਹਿੰਮਤ ਦਓਗੇ ਤੇ ਉੱਠ ਪਊਗਾ, ਤੇ ਅੱਧਾ ਕੁ ਥੋੜਾ ਜਿਹਾ ਅਜੇ ਠੀਕ ਠਾਕ ਹੈਗਾ ਆ। ਇਸ ਹਾਲਾਤ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਜਦੋਂ ਬੇਰੁਜ਼ਗਾਰੀ ਫੈਲ ਰਹੀ ਹੈ, ਤਾਂ ਕੁਦਰਤੀ ਉਹਨਾਂ ਦਾ ਜਿਹੜਾ ਇਹ ਕਮੈਂਟ
ਬਜਾਜ ਸਾਹਿਬ ਦਾ ਦੇਣਾ ਕਿ ਦੇਖੋ ਅਸੀਂ ਇਕਨੋਮੀ ਜਿਹੜੀ ਆਪਾਂ ਜਦੋਂ ਕੀਤਾ ਇਹਨੂੰ ਲਾਕਡਾਊਨ ਨੂੰ ਇੰਨਾ ਜ਼ਿਆਦਾ ਸਟ੍ਰਿਕਟ ਕੀਤਾ ਕਿ ਅਸੀਂ ਕੁਛ ਇਕਨੋਮੀ ਦਾ ਬਿਲਕੁਲ ਧਿਆਨ ਨਹੀਂ ਰੱਖਿਆ। ਹੁਣ ਜਦੋਂ ਖੋਲ ਰਹੇ ਹਾਂ ਤੇ ਹੁਣ ਅਸੀਂ ਇਸ ਢੰਗ ਨਾਲ ਖੋਲ ਰਹੇ ਹਾਂ ਕਿ ਹੁਣ ਅਸੀਂ ਬਿਮਾਰੀ ਦਾ ਜਿੰਨਾ ਫੈਲਾਅ ਤੇਜ਼ੀ ਨਾਲ ਹੋ ਰਿਹਾ ਹੁਣ ਅਸੀਂ ਉਹਦਾ ਖਿਆਲ ਨਹੀਂ ਰੱਖ ਰਹੇ। ਮਤਲਬ ਦੋਵੇਂ ਹੀ ਇੱਕ ਕਿਸਮ ਦੀਆਂ ਕੋਈ ਤਾਲਮੇਲ ਚੀਜ਼ਾਂ 'ਚ ਬਣ ਨਹੀਂ ਰਿਹਾ। ਮੈਂ ਇੱਕ ਗੱਲ ਤੇ ਬਿਲਕੁਲ ਸਹਿਮਤ ਆ ਕਿ ਜਿੰਨਾ ਸਟ੍ਰਿਕਟ ਕਰਫਿਊ ਐਡੇ ਵੱਡੇ ਦੇਸ਼ 'ਚ 133 ਕਰੋੜ ਲੋਕਾਂ ਦੇ ਦੇਸ਼ ਵਿੱਚ ਅਚਾਨਕ ਅਸੀਂ ਲਾਇਆ, ਦੁਨੀਆ ਦੇ ਕਿਸੇ ਦੇਸ਼ 'ਚ ਐਡਾ ਸਟ੍ਰਿਕਟ ਐਡੇ ਵੱਡੇ ਇਕਨੋਮੀ ਦੇ ਵਿੱਚ ਨਹੀਂ ਲੱਗਾ। ਇਹਦਾ ਨੁਕਸਾਨ ਸਾਨੂੰ ਬੜਾ ਉਠਾਉਣਾ ਪਿਆ। ਮੈਂ ਬਿਲਕੁਲ ਇਸ ਗੱਲ ਨਾਲ ਐਗਰੀ ਕਰਦਾ, ਪਰ ਨਾਲ ਹੀ ਹੁਣ ਜਿਹੜਾ ਇਹ ਖੋਲ੍ਹਣਾ ਤੇ ਪਊਗਾ ਹੀ, ਇਹ ਖੁੱਲ੍ਹ ਕੇ ਕਿੱਥੇ ਤੱਕ ਪਹੁੰਚੂ ਕਿੱਥੇ ਤੱਕ ਨਹੀਂ ਪਹੁੰਚੂ। ਸੰਕਰਮਣ ਜਿਹੜਾ ਫੈਲ ਰਿਹਾ ਕੋਵਿਡ-19 ਦਾ ਜਿਹੜਾ ਕਰੋਨਾ ਵਾਇਰਸ ਦਾ, ਉਸ ਨੂੰ ਅਸੀਂ ਰੋਕ ਪਾਵਾਂਗੇ ਜਾਂ ਲੋਕਾਂ ਨੂੰ ਆਪਣੇ ਹਾਲ ਤੇ ਹੀ ਛੱਡ ਦਿੱਤਾ। ਮੈਨੂੰ ਲੱਗ ਰਿਹਾ ਕਿ ਜਿੰਨੇ ਕੁ ਸਾਡੇ ਕੋਲ ਇਨਫਰਾਸਟ੍ਰਕਚਰ ਆ, ਜਿੰਨੇ ਕੁ ਡਾਕਟਰ ਆ, ਜਿੰਨੀ ਕੁ ਸਾਡੀ ਹਾਲਾਤ ਆ, ਜ਼ਿਆਦਾਤਰ ਪੋਲੀਟੀਸ਼ੀਅਨਾਂ ਦਾ ਇਹ ਮਾਈਂਡ ਹੋ ਗਿਆ ਕਿ ਲੋਕਾਂ ਨੂੰ ਆਪਣੇ ਹਾਲਾਤ ਤੇ ਛੱਡ ਦਿਓ, ਇਹ ਕੁਛ ਨਹੀਂ ਹੁੰਦਾ, ਬਥੇਰੇ ਅਸੀਂ ਹੈਗੇ ਆ। ਇਸ ਕਿਸਮ ਦਾ ਇੱਕ ਐਟੀਟਿਊਡ ਮੈਨੂੰ ਲੱਗ ਰਿਹਾ, ਗਿਵ ਅਪ ਕਰ ਦੇਣਾ, ਜਾਣੀ ਕਿ ਕਿਹੜੇ ਹੱਥ ਖੜੇ ਕਰ ਦੇਣੇ। ਇਹ ਇੱਕ ਬੜਾ ਹੀ ਘਾਤਕ ਹੋਊਗਾ ਔਰ ਅਣਮਨੁੱਖਾ ਵੀ ਹੋਊਗਾ ਜੇ ਇਸੇ ਤਰੀਕੇ ਨਾਲ ਇਹ ਜਾਰੀ ਰਹਿੰਦਾ ਤੇ ਮੰਦੀ। ਜੀ ਪ੍ਰੋਫੈਸਰ ਸਾਹਿਬ, ਤੁਸੀਂ ਬਹੁਤ ਸੋਹਣੀ ਗੱਲ ਕਹੀ ਕਿ ਜਦੋਂ ਲਾਕਡਾਊਨ ਕੀਤਾ ਗਿਆ ਉਦੋਂ ਵੀ ਧਿਆਨ ਨਹੀਂ ਦਿੱਤਾ ਗਿਆ ਕਿ ਸਾਡੇ ਦੇਸ਼ ਦੀ ਆਰਥਿਕਤਾ ਤੇ ਇਸ ਦਾ ਕੀ ਅਸਰ ਪਵੇਗਾ, ਤੇ ਹੁਣ ਜਦੋਂ ਢਿੱਲ ਦਿੱਤੀ ਜਾ ਰਹੀ ਹੈ ਉਦੋਂ ਵੀ ਇਹ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਜੇ ਬਿਮਾਰੀ ਇਸੇ ਤਰ੍ਹਾਂ ਵੱਧ ਰਹੀ ਤੇ ਸਾਡੇ ਕੋਲ ਸੋਰਸਸ ਵੀ ਨਹੀਂ ਹੈ ਕਿ ਅਸੀਂ ਇਸ ਦਾ ਮੁਕਾਬਲਾ ਕਰ ਸਕਾਂਗੇ। ਸੱਚਮੁੱਚ ਹੀ ਲੋੜ ਹੁੰਦੀ ਹੈ ਯੋਗ ਪ੍ਰਬੰਧਨ ਦੀ। ਪ੍ਰੋਫੈਸਰ ਸਾਹਿਬ, ਖਬਰਾਂ ਹੋਰ ਵੀ ਬਹੁਤ ਸੀ, ਜਿਵੇਂ ਅਸੀਂ ਸੁਪਰੀਮ ਕੋਰਟ ਦੀ ਇੱਕ ਖਬਰ ਲੈਣੀ ਸੀ ਜਿਸ ਵਿੱਚ ਉਸਨੇ ਮਾਲਕਾਂ ਨੂੰ ਰਾਹਤ ਦਿੱਤੀ ਹੈ, ਜਿਹਦੇ ਵਿੱਚ ਸਰਕਾਰਾਂ ਨੇ ਕਿਹਾ ਸੀ ਕਿ ਇੰਪਲਾਈਜ਼ ਨੂੰ ਪੂਰੀ ਤਨਖਾਹ ਦਿੱਤੀ ਜਾਵੇ, ਪਰ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਨਹੀਂ, 12 ਜੂਨ ਤੱਕ ਜਿਹੜਾ ਹੈ ਮਾਲਕਾਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ, ਰਾਹਤ ਦਿੱਤੀ ਗਈ ਹੈ। ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੀ, ਅਸੀਂ ਹੋਰ ਗੱਲ ਨੂੰ ਅੱਗੇ ਵਧਾਈਏ। ਪ੍ਰੋਗਰਾਮ ਸਿੱਧੀ ਗੱਲ ਨੂੰ ਅਸੀਂ ਇੱਥੇ ਖਤਮ ਕਰਦੇ ਹਾਂ। ਪ੍ਰੋਫੈਸਰ ਸਾਹਿਬ ਜੀ, ਤੁਹਾਡਾ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਐਂਕਰ ਦਾ, ਸਾਰਿਆਂ ਦਾ, ਔਰ ਸਾਡੇ ਸਰੋਤਿਆਂ ਦਾ। ਮਨਦੀਪ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਪ੍ਰੋਗਰਾਮ ਸਿੱਧੀ ਗੱਲ ਤੁਸੀਂ ਰੋਜ਼ਾਨਾ ਚੜ੍ਹਦੀ ਕਲਾ ਟਾਈਮ ਟੀਵੀ ਤੇ 12:30 ਵਜੇ ਦੇਖ ਸਕਦੇ ਹੋ ਤੇ YouTube ਅਤੇ Facebook ਤੇ ਇਸ ਪ੍ਰੋਗਰਾਮ ਨੂੰ ਦੁਬਾਰਾ ਵੀ ਦੇਖ ਸਕਦੇ ਹੋ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ ਜੀ।